ਮਿਠਾਈ ਖਾਣ ਵਾਲੇ ਲੋਕਾਂ ਲਈ ਆਉਣ ਵਾਲੇ ਸਮੇਂ ਵਿੱਚ ਮਿੱਠਾ ਖਾਣਾ ਮਹਿੰਗਾ ਹੋ ਸਕਦਾ ਹੈ। ਯੂਕਰੇਨ ਅਤੇ ਰੂਸ ਦੀ ਜੰਗ ਦੇ ਸਿੱਟੇ ਵਜੋਂ ਗੰਨਾ ਉਤਪਾਦਕਾਂ ਲਈ ਡੀਏਪੀ ਖਾਦ ਉਪਲਬਧ ਨਹੀਂ ਹੋ ਰਹੀ ਹੈ, ਕਿਉਂਕਿ ਇਸ ਦੀ ਆਮਦ ਵਿੱਚ ਭਾਰੀ ਰੁਕਾਵਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਡੀਏਪੀ ਖਾਦ ਅਜਿਹੀ ਖਾਦ ਹੈ ਜੋ ਗੰਨੇ ਦੀ ਕਾਸ਼ਤ ਲਈ ਲਾਹੇਵੰਦ ਹੈ, ਜਿਸ ਕਾਰਨ ਕਿਸਾਨਾਂ ਨੂੰ ਗੰਨੇ ਦੀ ਝਾੜ ਵੱਧ ਮਿਲਦੀ ਹੈ। ਉसी तरह जेकर इस बार गन्ने की झाड़ घट होंदी है तो मिल मालकां ने भी खंड का रेट बढ़ा देना है। दरअसल यूक्रेन रूस जंग के संकट कारण गन्ने की खेती च वरती जाने वाली डीएपी खाद मंडी च ना मिलने कारण किसानों लिए बड़ी चिंता पैदा हो गई है, क्योंकि डीएपी खाद अजिही खाद है जो किसानों को वध गन्ना दिंदी है। इत्थे 20% तो 40% गन्ने का झाड़ कम मिलने की आस है, जिस नाल किसानों की आमदन दे विच भी बहुत ज़्यादा फर्क पेगा। उत्थे ही मंडी विच कुछ लोग डीएपी खाद की कालाबाजारी विच लगे हुए हैं। इस पासे सरकार नूं ध्यान देने की लोड़ है। दूजे पासे दुआबा किसान संघर्ष कमेटी के प्रधान अते प्रसिद्ध गन्ना उत्पादक जगबीर सिंह चौहान अते किसान लखविंदर सिंह टिम्मी का कहना है कि डीएपी खाद ना मिलने कारण किसान बहुत परेशान हैं, क्योंकि सरकार कदे भी इस पासे ध्यान नहीं दिंदी। उन्होंने हर साल जदों भी गन्ने की बिजाई होंदी है तो खाद ना मिलने की समस्या का सामना करना पैंदा है। अगर सरकार वालों डीएपी खाद किसानों तक नहीं पहुँचाई गई तो गन्ने का उत्पादन घट होगा, जिस नाल खंड की कीमत में वाधा हो सकता है। इसलिए सरकार नूं चंगे कदम चुकने की लोड़ है। लगातार ਜਿਹੜਾ ਹੈ ਯੂਕਰੇਨ ਯੁੱਧ ਦੇ ਚੱਲਦੇ ਜਿਹੜਾ ਡੀਏਪੀ ਖਾਦ ਦਾ ਬੜਾ ਵੱਡਾ ਸੰਕਟ ਹੈ, ਜਿਸ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੁੰਦੇ, ਕਿਉਂਕਿ ਗੰਨੇ ਦੀ ਬਿਜਾਈ ਦਾ ਸੀਜ਼ਨ ਹੈ ਔਰ ਸਭ ਤੋਂ ਵੱਡੀ ਡਿਮਾਂਡ ਕਿਸਾਨ ਦੀ ਇਸ ਵਕਤ ਇਹੀ ਹੈ। ਦੇਖੋ, ਸਾਡਾ ਬਹੁਤਾ ਏਰੀਆ ਗੰਨੇ ਦੀ ਬਿਜਾਈ ਥੱਲੇ ਆ, ਕਿਉਂਕਿ ਸਰਕਾਰਾਂ ਵੀ ਚਾਹੁੰਦੀਆਂ ਸੀ ਕਿ ਡਿਵਰਸਿਫਿਕੇਸ਼ਨ ਹੋਵੇ, ਫਸਲੀ ਵਿਭਿੰਨਤਾ ਆਵੇ, ਕਿਉਂਕਿ ਝੋਨੇ ਦੇ ਨਾਲ ਜਿਹੜੀ ਆ ਪਾਣੀ ਦੀ ਘਾਟ ਬਹੁਤ ਜ਼ਿਆਦਾ ਮਹਿਸੂਸ ਹੁੰਦੀ ਆ, ਪਾਣੀ ਦਾ ਲੈਵਲ ਥੱਲੇ ਚਲੇ ਜਾਂਦਾ। ਇਸ ਕਰਕੇ ਜਿਹੜਾ ਗੰਨਾ ਆ ਅਸੀਂ ਬੀਜਣਾ ਸ਼ੁਰੂ ਕਰ ਦਿੱਤਾ। ਤਕਰੀਬਨ ਹੁਸ਼ਿਆਰਪੁਰ, ਸਾਡੇ ਮੁਕੇਰੀਆਂ, ਗੁਰਦਾਸਪੁਰ, ਇਹਨਾਂ ਇਲਾਕਿਆਂ ਦੇ ਵਿੱਚ ਕਾਫੀ ਗੰਨੇ ਦੀ ਬਿਜਾਈ ਹੁੰਦੀ ਆ। ਔਰ ਹੁਣ ਜਦੋਂ ਗੰਨੇ ਦੀ ਬਿਜਾਈ ਦੀ ਗੱਲ ਆਈ ਹੈ ਤੇ ਡੀਏਪੀ ਖਾਦ ਦੀ ਬਹੁਤ ਭਾਰੀ ਕਿੱਲਤ ਆਈ ਹੈ ਸਾਨੂੰ, ਕਿਉਂਕਿ ਜੇ ਅਸੀਂ ਡੀਏਪੀ ਖਾਦ ਨਹੀਂ ਪਾਉਨੇ ਤਾਂ ਸਾਡੀ ਫਸਲ ਦੀ ਉਪਜ ਪੂਰੀ ਨਹੀਂ ਹੁੰਦੀ। ਕਿਉਂਕਿ ਜੇ ਉਪਜ ਪੂਰੀ ਨਹੀਂ ਹੁੰਦੀ, ਕਿਉਂਕਿ ਖਰਚੇ ਬਹੁਤ ਜ਼ਿਆਦਾ ਸਾਡੇ ਵੱਧ ਗਏ ਆ। ਹੁਣ ਸਰਕਾਰ ਸਾਨੂੰ ਡੀਏਪੀ ਕਿਉਂ ਨਹੀਂ ਭੇਜ ਰਹੀ? ਪਿੱਛੋਂ ਰੌਲਾ ਤਾਂ ਇਹ ਪੈ ਰਿਹਾ ਕਿ ਡੀਏਪੀ ਦਾ ਰੇਟ ਵਧਣਾ ਆ, ਪਰ ਜੇ ਵਧਣਾ ਆ ਤਾਂ ਵਧਾ ਕੇ ਭੇਜ ਦੇਵੇ। ਪਹਿਲਾਂ ਹੀ 1250 ਰੁਪਏ ਡੀਏਪੀ ਦੁਕਾਨਾਂ ਤੋਂ ਮਿਲ ਰਹੀ ਸੀ ਸਾਨੂੰ, ਪਰ ਹੁਣ ਜਦੋਂ ਐਨ ਮੌਕੇ ਤੇ ਬਿਜਾਈ ਦਾ ਸੀਜ਼ਨ ਆਇਆ ਤੇ ਸਰਕਾਰ ਨੇ ਪਿੱਛੇ ਡੀਏਪੀ ਭੇਜਣੀ ਬੰਦ ਕਰ ਦਿੱਤੀ ਹੈ। ਔਰ ਕਈ ਦੁਕਾਨਾਂ ਤੇ ਪਿਛਲੇ ਸਮੇਂ ਦੇ ਵਿੱਚ ਥੋੜੇ 1.5 ਮਹੀਨਾ ਪਹਿਲਾਂ ਕੁਝ ਕੁ ਦੁਕਾਨਾਂ ਤੇ ਸੀਗੀ, ਪਰ ਉਹਨਾਂ ਨੇ ਵੀ ਬਲੈਕ ਦੇ ਵਿੱਚ ਉਹ ਡੀਏਪੀ ਖਾਦ ਵੇਚੀ ਆ। ਔਰ ਭਾਰੀ ਕਿੱਲਤ ਆ। ਹੁਣ ਇਹ ਡੀਏਪੀ ਦੀ ਗੱਲ ਕਰਦੇ ਆ, ਨਾਲ ਪੋਟਾਸ਼ ਦੀ ਗੱਲ ਕਰਦੇ ਆ, ਕਿਉਂਕਿ ਪਿਛਲੇ ਸਾਲ ਜਦੋਂ ਅਸੀਂ ਬਿਜਾਈ ਕੀਤੀ ਸੀ, ਐਤਕੀ ਸਾਲ ਦੇ ਵਿੱਚ 1700 ਰੁਪਏ ਰੇਟ ਹੋ ਗਿਆ। ਪਿਛਲੇ ਸਾਲ ਇਹਦਾ ਪੋਟਾਸ਼ ਦਾ ਰੇਟ 1000 ਰੁਪਏ ਪ੍ਰਤੀ ਬੈਗ ਸੀਗਾ। ਇਹ ਡੇਢੇ ਗੁਣੇ ਨਾਲੋਂ ਵੀ ਜ਼ਿਆਦਾ, ਯਾਨੀ ਕਿ ਰੇਟ ਖਾਦਾਂ ਦੇ ਵੱਧ ਗਏ ਆ। ਜੇ ਖਾਦਾਂ ਦੇ ਰੇਟ ਵਧਾਉਂਦੇ ਆ ਪਰ ਪੂਰੀ ਉਪਲਬਧਤਾ ਕਰਾਈ ਜਾਵੇ ਖਾਦ,
ਨਾਲ ਦੀ ਨਾਲ ਸਾਡਾ ਖਰਚਾ ਵੀ ਵੱਧ ਆਇਆ। ਇਸ ਕਰਕੇ ਮੈਨੂੰ ਲੱਗਦਾ ਕਿ ਇਹ ਸੀਜ਼ਨ ਦੇ ਵਿੱਚ ਜਿਹੜੀ ਸਾਡੀ ਬਿਜਾਈ ਹੋ ਰਹੀ ਹੈ ਗੰਨੇ ਦੀ, ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਅਸੀਂ ਦੀ ਕਟਾਈ ਕਰਨੀ ਆ ਤੇ ਸਾਨੂੰ ਇਹਨੂੰ ਬਹੁਤ ਘਾਟਾ ਸਹਿਣ ਕਰਨਾ ਪਊਗਾ, ਕਿਉਂਕਿ 400 ਪ੍ਰਤੀ ਕੁਆਂਟਲ ਏਕੜ ਦੇ ਹਿਸਾਬ ਦੇ ਨਾਲ ਸਾਡਾ ਗੰਨਾ ਨਿਕਲਦਾ ਇਹਦੀ ਉਪਜ। ਪਰ ਲੱਗਦਾ ਆ ਕਿ ਜਿਸ ਹਿਸਾਬ ਨਾਲ ਅਸੀਂ ਖਾਦਾਂ ਇਹਦੇ ਵਿੱਚ ਨਹੀਂ ਪਾਉਣੀਆਂ, ਆਉਣ ਵਾਲੇ ਸਮੇਂ ਦੇ ਵਿੱਚ 300 ਕੁਆਂਟਲ ਜਿਹੜਾ ਸਾਡਾ ਝਾੜ ਨਿਕਲੂਗਾ, 100 ਕੁਆਂਟਲ ਜਿਹੜਾ ਝਾੜ ਸਾਡਾ ਲੈਸ ਹੋਊਗਾ। ਜੇਕਰ ਡੀਏਪੀ ਖਾਦ ਨਹੀਂ ਪੈਂਦੀ ਤੇ ਲਗਭਗ 100 ਕੁਇੰਟਲ ਜਿਹੜਾ ਹੈ ਕਿਸਾਨ ਨੂੰ ਜਿਹੜਾ ਹੈ ਘਾਟਾ ਸਹਿਣਾ ਪੈ ਸਕਦਾ। 100 ਕੁਇੰਟਲ ਮਗਰ ਜੀ ਉਹਦੇ ਨਾਲ ਕਿੰਨਾ ਕੁ ਫਰਕ ਮੰਨਦੇ, ਉਹਦੀ ਕਿਸਾਨ ਦੀ ਆਰਥਿਕ ਜਿਹੜਾ ਕਿੰਨਾ ਘਾਟਾ ਹੋ ਸਕਦਾ, ਕਿਉਂਕਿ ਉਹਦੀ ਜੇਬ ਦੇ ਉੱਤੇ ਵੱਡਾ ਬੋਝ ਪੈਣ ਦਾ ਸੰਕਟ ਹੈ। ਦੇਖੋ, ਕਿਸਾਨ ਤਾਂ ਅੱਗੇ ਕਰਜ਼ਾਈ ਹੈਗਾ ਆ, ਲਿਮਟਾਂ ਚੱਕੀਆਂ ਕਿਸਾਨ ਨੇ, ਔਰ ਲਗਾਤਾਰ ਇਸ ਤਰ੍ਹਾਂ ਦੇ ਘਾਟੇ ਪਏ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਖੁਦਕੁਸ਼ੀਆਂ ਕਰਾਂਗੇ, ਹੋਰ ਕੀ ਕਰਨਾ ਹੈਗਾ। ਫਿਰ ਖੁਦਕੁਸ਼ੀਆਂ ਵੱਲ ਸਾਡੇ ਕਿਸਾਨ ਜਾਊਗੇ, ਔਰ ਜਦੋਂ ਖੁਦਕੁਸ਼ੀਆਂ ਵੱਲ ਜਾਊਗੇ ਤਾਂ ਫਿਰ ਆਰਥਿਕ ਬੋਝ ਜਿਹੜਾ ਹੁਣ ਵਧਣਾ ਆ, ਇਹਦੇ ਨਾਲ ਕਿਤੇ ਨਾ ਕਿਤੇ ਦਾ ਇਫੈਕਟ ਪਊਗਾ। ਔਰ ਦੇਖਦੇ ਆ, ਹੁਣ ਨਵੀਂ ਸਰਕਾਰ ਆਈ ਆ, ਭਗਵੰਤ ਮਾਨ ਜੀ ਸਾਡੇ ਸੀਐਮ ਬਣੇ ਆ, ਉਹਨਾਂ ਨੂੰ ਮੁਬਾਰਕਬਾਦ ਵੀ ਦਿੰਦੇ ਆ। ਦੇਖਦੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ, ਹੁਣ ਇਹਨਾਂ ਦੀ ਸਹੁੰ ਚੁੱਕ ਸਮਾਗਮ ਤਾਂ ਇਹਨਾਂ ਦਾ ਖਤਮ ਹੋ ਚੱਲਾ, ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸਾਨੂੰ ਖਾਦ ਮੁਹੱਈਆ ਕਰਾਉਂਦੇ ਆ, ਕੀ ਸਾਨੂੰ ਇਸ ਆਰਥਿਕ ਬੋਝ ਦੇ ਵਿੱਚੋਂ ਬਾਹਰ ਕੱਢਦੇ ਆ, ਕੀ ਜਿਹੜੇ ਇਹਨਾਂ ਨੇ ਵਾਅਦੇ ਕੀਤੇ ਉਹ ਪੂਰੇ ਕਰਦੇ ਆ। ਇਹ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੂਗਾ। ਪਰ ਹੁਣ ਜਿਹੜਾ ਇਸ ਵੇਲੇ ਭਾਰੀ ਕਿੱਲਤ ਹੈ ਸਾਨੂੰ ਖਾਦ ਦੀ, ਇਹ ਬਹੁਤ ਜ਼ਿਆਦਾ ਹੈ। ਬਹੁਤ ਵੱਡਾ ਪੰਜਾਬ ਦੀ ਕਿਸਾਨੀ ਦੇ ਨਾਲ ਧੱਕਾ ਹੋ ਰਿਹਾ ਜੀ। ਜਦੋਂ ਯੂਰੀਏ ਦੀ ਲੋੜ ਹੁੰਦੀ ਹੈ ਉਦੋਂ ਯੂਰੀਆ ਨਹੀਂ ਭੇਜਿਆ ਜਾਂਦਾ, ਜਦੋਂ ਡੀਏਪੀ ਦੀ ਲੋੜ ਹੁੰਦੀ ਹੈ ਉਦੋਂ ਡੀਏਪੀ ਨਹੀਂ ਭੇਜੀ ਜਾਂਦੀ। ਔਰ ਇਹਦੇ ਵਿੱਚ ਕੁਝ ਗੱਲਾਂ ਇਹ ਵੀ ਦੇਖਣ ਨੂੰ ਮਿਲ ਜਾਂਦੀਆਂ ਵੀ ਜਿਹੜੇ ਸਟਾਕਿਸਟ ਹੈਗੇ ਆ ਉਹਨਾਂ ਨੂੰ ਇਹਦੇ ਬਾਰੇ ਨੌਲੇਜ ਹੁੰਦੀ ਹੈ ਤੇ ਵੱਡੇ ਪੈਮਾਨੇ ਦੇ ਉੱਤੇ ਜਮਾਖੋਰੀ ਕਰਕੇ ਹੁੰਦਾ ਤਾਂ ਸਟਾਕ ਥੋੜਾ ਹੀ ਹੈ, ਪਰ ਜਦੋਂ ਉਹਨੂੰ ਲਿਆਂਦਾ ਜਾਂਦਾ ਤਾਂ ਬਹੁਤ ਅਬੱਬ ਪਲੱਸ ਕਰਕੇ ਉਹ ਜਿਹੜਾ ਅੱਗੇ ਦੁਕਾਨਦਾਰਾਂ ਨੂੰ ਵੇਚਿਆ ਜਾਂਦਾ, ਤੇ ਫਿਰ ਅੱਗੇ ਉਹਦੇ ਉੱਤੇ ਇੱਕ ਬਹੁਤ ਵੱਡੇ ਪੈਮਾਨੇ ਦੇ ਉੱਤੇ ਕਿਸਾਨ ਦੀ ਵੀ ਲੁੱਟ ਹੁੰਦੀ ਹੈ ਜੀ। ਜੇ ਆਉਣ ਵਾਲੇ ਸਮੇਂ 'ਚ ਜੇਕਰ ਯੂਰੀਆ ਦੀ ਲੰਬੇ ਸਮੇਂ ਤੱਕ ਸ਼ਾਰਟੇਜ ਰਹੀ ਤੇ ਕਿੰਨਾ ਕੁ ਨੁਕਸਾਨ ਕਿਸਾਨ ਵਾਸਤੇ ਹੋਊ? ਜੇ ਸ਼ਾਰਟੇਜ ਰਹੇਗੀ ਕਿਸਾਨ ਦੀ ਜਿਹੜੀ ਪ੍ਰੋਡਕਸ਼ਨ ਜਿਹੜੀ ਹੈ ਉਹ ਮਿਨੀਮਮ 60% ਰਹਿ ਜਾਣੀ ਹੈ, 40% ਉੱਡ ਜਾਣੀ ਹੈ ਜੀ। ਕਿਉਂਕਿ ਜਿਹੜੀ ਸਾਡੀ ਸੋਇਲ ਹੈ ਜਿਹੜੀ ਇਹ ਨਿਰਭਰ ਹੀ ਕਰਦੀ ਹੁਣ ਖਾਦ ਦੇ ਉੱਤੇ। ਇਹ ਬਿਲਕੁਲ ਜਿਸ ਤਰ੍ਹਾਂ ਬੰਦਾ ਹੈਬਚੁਅਲ ਹੋ ਜਾਂਦਾ, ਹੈਬਚੁਅਲ ਹੈ, ਉਹ ਨਹੀਂ ਪਾਵਾਂਗੇ ਫਸਲ ਨਹੀਂ ਹੋਏਗੀ। ਮਿਨੀਮਮ ਜਾਣੀ ਕਿ ਜੇ ਘੱਟੋ ਘੱਟ ਵੀ ਘਾਟਾ ਲਾਇਆ ਜਾਏ ਤੇ 40% ਜਿਹੜਾ ਕਿਸਾਨ ਨੂੰ ਇਹਦਾ ਨੁਕਸਾਨ ਝੱਲਣਾ ਪਏਗਾ ਜੀ। ਕਿਸਾਨਾਂ ਨੂੰ ਕਿੰਨਾ ਕੁ ਫਰਕ ਪਏਗਾ? ਡੀਏਪੀ ਨਾ ਆਉਣ ਦੇ ਨਾਲ ਬਹੁਤ ਜ਼ਿਆਦਾ ਫਰਕ ਮਾਰਕੀਟ ਦੇ ਉੱਤੇ ਪੈ ਰਿਹਾ। ਜ਼ਿਮੀਂਦਾਰ ਦੀ ਫਸਲ ਦਾ ਬਜਾਤ ਨਹੀਂ ਟਾਈਮ ਸਿਰ ਹੋ ਰਿਹਾ, ਉਹਦੇ ਨਾਲ ਫਸਲ ਦਾ ਝਾੜ ਜਿਹੜਾ ਬਹੁਤ ਜ਼ਿਆਦਾ ਘਟੂਗਾ। ਡੀਏਪੀ ਨਾ ਆਉਣ ਦੇ ਨਾਲ ਦੁਕਾਨਦਾਰੀ ਦੇ ਉੱਤੇ ਵੀ ਬਹੁਤ ਜ਼ਿਆਦਾ ਅਸਰ ਪੈ ਰਿਹਾ ਹੈਗਾ। ਦੁਕਾਨਦਾਰੀ ਦਾ ਮਾਰਜਨ ਮਰਦਾ ਪਿਆ, ਕਮਿਸ਼ਨ ਮਰਦਾ ਪਿਆ, ਲੇਬਰ ਦੇ ਪੈਸੇ ਜਿਹੜੇ ਆ ਕੋਲੋਂ ਜਾਣਦੇ ਹੈਗੇ ਆ, ਦਾਇਆ ਬਹੁਤ ਘੱਟ ਆਉਣ ਦਿਆ। ਇਹ ਬਹੁਤ ਸਰਕਾਰ ਨੂੰ ਜਿਹੜੀ ਆ ਲੋੜ ਅਨੁਸਾਰ ਸੋਚਣਾ ਚਾਹੀਦਾ। ਇਸ ਲਈ ਗੰਨੇ ਦਾ ਬਜਾਤ ਤਾਂ ਜ਼ਿਮੀਂਦਾਰ ਨੂੰ ਇੱਕ ਬੋਰਾ ਵੀ ਨਹੀਂ ਮਿਲ ਰਿਹਾ ਹੈਗਾ ਗੰਨਾ ਬੀਜਣ ਵਾਸਤੇ। ਜੇਕਰ ਕਿਸਾਨ ਆਪਣੀ ਡੀਏਪੀ ਦੀ ਯੂਜ਼ ਨਹੀਂ ਕਰਦਾ ਤਾਂ ਉਸਨੂੰ ਕਿੰਨਾ ਕੁ ਨੁਕਸਾਨ ਹੋ ਸਕਦਾ? ਜਿੱਥੇ ਦੇਖੋ 400 ਕੁਆਂਟਲ ਜਾਂ 300 ਕੁਆਂਟਲ ਕਿਸੇ ਦਾ ਵੀ ਗੰਨਾ ਨਿਕਲਦਾ ਹੈ, ਉਹ ਗੰਨਾ ਜਿਹੜਾ 200 ਕੁਆਂਟਲ ਦੇ ਉੱਤੇ ਰਹਿ ਜਾਊਗਾ। ਸਿੱਧਾ 30 ਤੋਂ ਲੈ ਕੇ 40,000 ਰੁਪਏ ਕਿੱਲੇ ਦਾ ਲਾਸ ਜਾਊਗਾ। ਕੀ ਕਹਿਣਾ ਚਾਹੁੰਦੇ ਹੋ ਕਿ ਸਰਕਾਰ ਨੂੰ ਇਹਦੇ ਵੱਲ ਬਹੁਤ ਜ਼ਿਆਦਾ ਜ਼ਰੂਰੀ ਧਿਆਨ ਦੇਣਾ ਚਾਹੀਦਾ। ਡੀਏਪੀ ਤਾਂ ਇੱਕ ਬਹੁਤ ਜ਼ਿਆਦਾ ਜ਼ਰੂਰੀ ਹੈ, ਜਿਹੜੀ ਮੁੱਖ ਚੀਜ਼ ਹੈਗੀ ਹੈ। ਡੀਏਪੀ ਤੋਂ ਬਗੈਰ ਇਸ ਨਾਲ ਕੋਈ ਵੀ ਫਸਲ ਹੁੰਦੀ ਨਹੀਂ ਗਾ। ਝੋਨੇ ਦਾ ਸੀਜ਼ਨ ਆ ਰਿਹਾ, ਪਿੱਛੇ ਕਣਕ ਦਾ ਸੀਜ਼ਨ ਲੱਗ ਕੇ ਖੜਿਆ। ਕਣਕ ਦੇ ਸੀਜ਼ਨ ਦੇ ਉੱਤੇ ਡੀਏਪੀ ਜਿਹੜਾ ਆ 30 ਪੈਸੇ ਵੱਧ ਤੋਂ ਵੱਧ ਸਾਨੂੰ ਮਾਰਕੀਟ ਦੇ ਵਿੱਚੋਂ ਅਵੇਲੇਬਲ ਹੋਇਆ। ਮਤਲਬ ਪਰ ਜੇ ਜ਼ਿਮੀਂਦਾਰ ਦੇਖਿਆ ਜਾਵੇ ਤਾਂ ਕਈ ਜ਼ਿਮੀਂਦਾਰਾਂ ਨੇ ਸੁਪਰ ਦਾ ਬੋਰਾ ਪਾ ਕੇ ਜਾਂ ਯੂਰੀਆ ਦਾ ਬੋਰਾ ਪਾ ਕੇ ਕਣਕ ਬੀਜਣੀ ਪੈ ਗਈ। ਉਹ ਕਣਕ ਦੇ ਝਾੜ ਦੇ ਉੱਤੇ ਇੰਨਾ ਜ਼ਿਆਦਾ ਅਸਰ ਪਊਗਾ ਵੀ ਕਣਕ 10 ਕੁਆਂਟਲ ਤੋਂ ਵੱਧ ਕਿੱਲੇ ਦੀ ਨਿਕਲੂਗੀ ਨਹੀਂ। ਆਮ ਜਿਹੜੀ ਔਸਤ ਹੈਗੀ ਕਣਕ ਦੀ 24 ਕੁਆਂਟਲ ਆਉਂਦੀ ਹੈ, ਔਰ ਕਣਕ 10 ਕੁਆਂਟਲ ਪ੍ਰਤੀ ਹੈਕਟੇਅਰ ਨਿਕਲੂਗੀ। ਉਹਦੇ 'ਚ ਜ਼ਿਮੀਂਦਾਰ ਦਾ ਇੰਨਾ ਵੱਡਾ ਲਾਸ ਹੋਊਗਾ ਵੀ ਜ਼ਿਮੀਂਦਾਰ ਤੋਂ ਠੇਕਾ ਵੀ ਨਹੀਂ ਦਿੱਤਾ ਜਾਊਗਾ। ਕਿਸਾਨੀ ਜਿਹੜੀ ਆ ਬਹੁਤ ਜ਼ਿਆਦਾ ਡੁੱਬ ਰਹੀ ਹੈਗੀ ਹੈ। ਇਹਨੂੰ ਬਚਾਉਣ ਲਈ ਸਰਕਾਰ ਨੂੰ ਅੱਗੇ ਆਉਣਾ ਚਾਹੀਦਾ। ਕਮ ਸੇ ਕਮ ਖਾਦ ਤਾਂ ਲੋੜ ਵੇਲੇ ਜਾਂ ਲੋੜ ਅਨੁਸਾਰ ਪੂਰਤੀ ਹੋਵੇ ਮਾਰਕੀਟ ਦੇ ਵਿੱਚ। ਸਰ, ਡੀਏਪੀ ਮਾਰਕੀਟ ਵਿੱਚ ਨਾ ਉਪਲਬਧ ਹੋਣ ਕਰਕੇ ਬਹੁਤ ਵੱਡਾ ਇੱਕ ਸੰਕਟ ਪੈਦਾ ਹੋ ਗਿਆ, ਕਿਉਂਕਿ ਯੂਕਰੇਨ ਔਰ ਰੂਸ ਦੇ ਯੁੱਧ ਕਰਕੇ ਜਿਹੜਾ ਉਹ ਵੱਡੀ ਮਾਰਕੀਟ 'ਚ ਸ਼ਾਰਟੇਜ ਹੈ। ਇਸ ਨੂੰ ਤੁਸੀਂ ਕਿਸ ਤਰ੍ਹਾਂ ਦਾ ਦੇਖੋ ਕਿ ਅਸੀਂ ਇੱਕ ਬਹੁਤ ਹੀ ਗੰਨਾ ਉਤਪਾਦਨ ਦੇ ਵਿੱਚ ਡੀਏਪੀ ਦਾ ਬਹੁਤ ਵੱਡਾ ਰੋਲ ਹੈ, ਅਤੇ ਇਹਦੇ ਵਿੱਚ ਜਿੱਥੇ ਤੱਕ ਅਸੀਂ ਮਹਿਸੂਸ ਕਰਦੇ ਹਾਂ ਵੀ ਬੁਆਈ ਦੇ ਟਾਈਮ 'ਚ ਤਕਰੀਬਨ 60 ਕਿਲੋ ਪਰ ਏਕੜ ਅਸੀਂ ਪਾਈ ਦੀ ਹੈ, ਔਰ ਉਹਦੇ ਨਾ ਪਾਉਣ ਨਾਲ ਸਾਨੂੰ ਤਕਰੀਬਨ 100 ਕੁਇੰਟਲ
ਝਾੜ 'ਚ ਫਰਕ ਪੈਂਦਾ ਹੈ, ਜਿਹੜਾ ਕਿ ਤਕਰੀਬਨ ਮੇਰੇ ਹਿਸਾਬ ਨਾਲ 20% ਲੈ ਕੇ ਚੱਲੀਏ ਵੀ 20% ਝਾੜ ਘੱਟ ਹੋਊਗਾ। ਝਾੜ ਘੱਟ ਹੋਊਗਾ ਤੇ ਅਲਟੀਮੇਟਲੀ ਜਿਹੜੀ ਹੈ ਮਿੱਲਾਂ ਨੂੰ ਸਪਲਾਈ ਗੰਨੇ ਦੇ ਉੱਤੇ ਫਰਕ ਪਊਗਾ, ਜ਼ਿਮੀਦਾਰ ਨੂੰ ਉਹਦੀ ਯੀਲਡ ਘਟੇਗੀ, ਉਹਦੀ ਪ੍ਰੋਫਿਟੇਬਿਲਟੀ ਬਹੁਤ ਘਟੇਗੀ। ਕਿਉਂਕਿ ਅੱਜ ਦੀ ਡੇਟ 'ਚ ਸਭ ਨੂੰ ਪਤਾ ਵੀ ਜ਼ਮੀਨਾਂ ਦੇ ਵਿੱਚ ਮਾਮਲੇ ਉਹਨਾਂ ਦੇ ਰੇਟਸ ਕਾਫੀ ਵਧੇ ਹੋਏ ਨੇ, ਹੋਰ ਵੀ ਓਵਰਹੈਡ ਬਹੁਤ ਜ਼ਿਆਦਾ ਨੇ, ਜਿਸ ਕਰਕੇ ਮੇਰੇ ਹਿਸਾਬ ਨਾਲ ਕਿਸਾਨ ਤਾਂ ਬਿਲਕੁਲ ਹੀ ਨੈਗੇਟਿਵ ਗਰੋਥ 'ਚ ਜਾਏਗਾ ਤੇ ਉਹਦੇ ਨਾਲ ਨਾਲ ਮਿੱਲ ਦੇ ਵਿੱਚ ਵੀ ਸਪਲਾਈ ਗੰਨੇ ਦੀ ਕਾਫੀ ਹੱਦ ਤੱਕ ਅਫੈਕਟ ਕਰੇਗੀ ਐਂਡ ਰਿਕਵਰੀ 'ਤੇ ਵੀ ਬਹੁਤ ਫਰਕ ਪਏਗਾ ਇਹਦਾ, ਤੇ ਨੈਚੁਰਲੀ ਮਿੱਲ ਦੀ ਵੀ ਪ੍ਰੋਫਿਟੇਬਿਲਟੀ 'ਚ ਬਹੁਤ ਫਰਕ ਪਏਗਾ। ਤੇ ਇਸ ਵੱਲ ਅਸੀਂ ਅਪੀਲ ਕਰਦੇ ਹਾਂ ਸਰਕਾਰ ਨੂੰ ਕੁਛ ਨਾ ਕੁਛ ਸੁਚੱਜੇ ਢੰਗ ਨਾਲ ਕੋਈ ਕਦਮ ਚੱਕਣੇ ਚਾਹੀਦੇ ਆ ਤਾਂ ਜੋ ਕਿਸਾਨ ਦੀ ਇਹ ਛਤੀ ਦੀ ਭਰਪਾਈ ਕਰ ਸਕੇ, ਨਾਲ ਨਾਲ ਮਿੱਲ ਨੂੰ ਵੀ ਪ੍ਰੋਫਿਟ ਮਿਲ ਸਕੇ। ਸਰ ਆਉਣ ਵਾਲੇ ਸਮੇਂ 'ਚ ਕੀ ਲੱਗਦਾ ਕਿ ਚੀਨੀ ਦੇ ਰੇਟ ਵੀ ਵੱਧ ਸਕਦੇ ਆ ਜੇਕਰ ਅਜਿਹੀ ਹਾਲਾਤ ਰਹੇ? ਬਿਲਕੁਲ ਜੀ, ਜੇ ਅਗਰ ਇਹੀ ਹਾਲਾਤ ਰਹੇ ਤਾਂ ਮਿੱਲ ਨੂੰ ਪ੍ਰੋਫਿਟ ਜਾਂ ਐਟ ਪਾਰ ਕਰਨ ਲਈ ਇਹਦੇ ਰੇਟ ਵਧਾਉਣਾ ਹੀ ਇੱਕ ਆਪਸ਼ਨ ਬਚੂਗਾ, ਜਿਹੜੀ ਕਿਸੇ ਦੀ ਮਹਿੰਗਾਈ ਦੀ ਮਾਰ ਪਬਲਿਕ ਦੇ ਉੱਤੇ ਪਊਗੀ।